ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 40ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗਵਾਰੇ ਮਹੱਲਾ ਚੌਥਾ। ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਨ ਕੀ। ਧਰ ਪਉ ਜਲ ਕਥ ਕਥਾ ਸੁਨ ਹਰ ਕੀ, ਗੋਬਿੰਦ ਸਤ ਸੰਗਤ में लाए। हर रस रसना राम गुन गाए रहाओ। जो जन त्यावे हर हर नामा, तिन दासन दास करो हम रामा। जन की सेवा उत्तम कामा, जो हर की हर कथा सुनावे। सो जन हमरे मन चित आवे, जन पग रहन बड़ भागी पावे। संत जना सो प्रीत बनियाई, जिनको लिखत लिखिया तुर पाई। ते जन नानक नाम समाई, संत जना सो प्रीत बनियाई। जिनको लिखत लिखिया तुर पाई, ते जन नानक नाम समाई। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਹਰ ਕੀ ਕਥਾ ਗੁਣ ਅਤੀਤ ਕਥਾ ਹੈ, ਭਾਵ ਤਿੰਨਾਂ ਗੁਣਾਂ ਦੇ ਕਲਾਵੇ ਤੋਂ ਬਾਹਰ ਦੀ ਕਥਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਜਗਿਆਸੂ, ਸਾਧ ਜਨਾਂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ, ਪਰਮੇਸ਼ਰ ਦਾ, ਹਰ ਦਾ ਭਜਨ ਕਰ। ਫਿਰ ਗੁਰੂ ਜੀ ਕਹਿੰਦੇ ਹਨ, ਹਰ ਦੀ ਕਥਾ, ਅਕਥ ਕਥਾ ਸੁਣ ਕੇ ਇਸ ਸੰਸਾਰ ਭਵ ਸਾਗਰ ਤੋਂ ਤਰ ਜਾਈਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਗੋਬਿੰਦ, ਮੈਨੂੰ ਸਤ ਸੰਗਤ ਦਾ ਮਿਲਾਪ ਪ੍ਰਦਾਨ ਕਰੋ ਜੀ। ਭਾਵ ਮੈਨੂੰ ਉਸ ਤਰ੍ਹਾਂ ਦੇ ਗੁਰਮੁਖਾਂ ਨਾਲ ਮਿਲਾਓ ਜਿਹੜੇ ਤੁਹਾਡੇ ਹਰ ਦੀ ਕਥਾ ਕਰਦੇ ਹਨ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜੇ ਹੋਏ ਹਨ ਜੀ, ਤਾਂ ਜੋ ਮੇਰੀ ਰਸਨਾ ਰਾਮ ਦੇ ਗੁਣਾਂ ਦਾ ਗਾਇਨ ਕਰੇ ਜੀ। ਭਾਵ ਮੈਨੂੰ ਉਸ ਕਰਤਾ ਪੁਰਖ ਹਰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਦਾਤ ਬਖਸ਼ੋ ਜੀ। ਇਹ ਇਸ ਸ਼ਬਦ ਵਿੱਚ ਦਾਸ ਦੀ ਬੇਨਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਰਾਮ, ਜੋ ਸਾਧਕ ਹਰ ਦੇ ਨਾਮ ਦੀ ਅਰਾਧਨਾ ਕਰਦੇ ਹਨ, ਭਾਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦੇ ਹਨ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦਿਓ ਜੀ। ਕਿਉਂਕਿ ਉਹਨਾਂ ਸਾਧਕਾਂ ਦੀ ਸੇਵਾ ਕਰਨਾ ਸ਼੍ਰੇਸ਼ਟ ਕਰਮ ਹੈ ਜੀ। ਭਾਵ ਮੈਨੂੰ ਇਸ ਤਰ੍ਹਾਂ ਦੇ ਗੁਰਮੁਖਾਂ ਨਾਲ ਮਿਲਾ ਦਿਓ ਜੀ, ਜੋ ਆਪ ਦੇ ਨਾਲ ਗੁਰਸ਼ਬਦ ਗੁਰਬਾਣੀ ਨਾਲ ਜੁੜੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਮੈਨੂੰ ਜੋ ਹਰ ਦੀ ਕਥਾ ਸੁਣਾਉਂਦਾ ਹੈ, ਉਹ ਸਾਧਕ ਮੇਰੇ ਮਨ ਅਤੇ ਚਿੱਤ ਨੂੰ ਚੰਗਾ ਲੱਗਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਜਿਹੇ ਸਾਧਕਾਂ ਦੀ ਚਰਨ ਧੂੜ ਕੋਈ ਵਿਰਲਾ ਵਡਭਾਗੀ ਹੀ ਪ੍ਰਾਪਤ ਕਰਦਾ ਹੈ ਜੀ। ਭਾਵ ਐਸੇ ਗੁਰਮੁਖਾਂ ਦਾ ਸੰਗ ਕਿਸੇ ਕਿਸੇ ਨੂੰ ਹੀ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੰਤ ਜਨਾਂ ਨਾਲ ਉਹਨਾਂ ਦੀ ਪ੍ਰੀਤ ਹੋ ਜਾਂਦੀ ਹੈ ਜੀ, ਅਤੇ ਉਹਨਾਂ ਦੇ ਮਸਤਕ 'ਤੇ ਪਰਮੇਸ਼ਰ ਨੇ ਧੁਰੋਂ ਲੇਖ ਲਿਖ ਕੇ ਪਾ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਸਾਧਕ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਸਮਾ ਜਾਂਦੇ ਹਨ ਜੀ। ਭਾਵ ਉਹ ਗੁਰਮੁਖ ਆਪਣਾ ਆਪਾ ਭਾਵ ਖਤਮ ਕਰਕੇ ਉਸ ਹਰ ਗੁਰਸ਼ਬਦ ਗੁਰਬਾਣੀ ਨਾਮ ਦੇ ਨਾਲ ਜੁੜ ਜਾਂਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਸੰਬੰਧੀ ਕਥਾ ਜਾਂ ਵਿਚਾਰ ਕਰਨਾ ਸਾਡੇ ਵਾਸਤੇ
ਗੁਰੂ ਘਰ ਦੇ ਸਤਸੰਗੀਆਂ ਵਾਸਤੇ ਗੁਰੂ ਗ੍ਰੰਥ ਸਾਹਿਬ, ਗੁਰਸ਼ਬਦ, ਗੁਰਬਾਣੀ, ਨਾਮ ਸਿਮਰਨ ਦਾ ਵਿਚਾਰ ਕਰਨਾ, ਇਹ ਸ੍ਰੇਸ਼ਟ ਗੁਣਾਂ ਵਾਲਾ ਹੈ ਜੀ, ਅਥਵਾ ਇਹ ਗੁਣਾਂ ਦੀ ਸੀਮਾ ਤੋਂ ਕਿਤੇ ਹੀ ਉੱਪਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਤਰ੍ਹਾਂ ਦੇ ਗੁਰਮੁਖ ਜੋ ਗੁਰਸ਼ਬਦ, ਗੁਰਬਾਣੀ, ਨਾਮ ਨਾਲ ਜੁੜਦੇ ਹਨ, ਉਹਨਾਂ ਦੀ ਸਤਸੰਗਤ ਵਿੱਚ ਜਾਣ ਨਾਲ ਜੀਵ ਤੋਂ ਗੁਰਸ਼ਬਦ, ਗੁਰਬਾਣੀ, ਹਰ ਨਾਮ ਦਾ ਉਚਾਰਨ ਸੰਭਵ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ, ਗੁਰਬਾਣੀ, ਨਾਮ, ਹਰ ਦਾ ਜਸ ਗਾਉਣ ਅਤੇ ਕਥਨ ਕਰਨ ਵਾਲੇ ਬੜੇ ਵੱਡੇ ਵਡਭਾਗੀ ਹੁੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਨਿਰੰਕਾਰ ਦੇ ਨਿਰਗੁਣ ਸਰੂਪ ਦੀ ਕਥਾ, ਭਾਵ ਗੁਰਸ਼ਬਦ, ਗੁਰਬਾਣੀ, ਨਾਮ ਨਿਰਗੁਣ ਸਰੂਪ ਵਿੱਚ ਸਮਾ ਕੇ ਹੀ ਹੋ ਸਕਦਾ ਹੈ ਜੀ। ਭਾਵ ਗੁਰਸ਼ਬਦ, ਗੁਰਬਾਣੀ, ਨਾਮ ਸਿਮਰਨ ਕਰਨ ਨਾਲ, ਉਸਨੂੰ ਅਪਣਾਉਣ ਨਾਲ ਉਸੇ ਦੁਆਰਾ ਹੀ ਆਪਾ ਭਾਵ ਖਤਮ ਹੋ ਸਕਦਾ ਹੈ ਜੀ, ਅਤੇ ਉਸ ਹਰ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੀਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।